Hello students, welcome to my YouTube channel The Quest Mathematics for All by Toor Sir। ਲਾਸਟ ਲੈਕਚਰ ਦੇ ਵਿੱਚ ਆਪਾਂ ਮੈਟ੍ਰਿਸਿਸ ਦੇ ਜਿਹੜੀ ਐਕਸਰਸਾਈਜ਼ਸ ਨੇ 3.1 ਔਰ 3.2 ਜਿਹਦੇ ਵਿੱਚ ਆਪਾਂ ਮੈਟ੍ਰਿਸਿਸ ਦੇ ਆਰਡਰ ਮੈਟ੍ਰਿਸਿਸ ਨੂੰ ਕਿਵੇਂ ਆਪਾਂ ਬਣਾਉਣਾ ਹੈ ਔਰ ਸੈਕੰਡ ਐਕਸਰਸਾਈਜ਼ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਕਿਵੇਂ ਮੈਟ੍ਰਿਸਿਸ ਦੀ ਦੋ ਮੈਟ੍ਰਿਸਿਸ ਦੀ ਆਪਾਂ ਐਡੀਸ਼ਨ ਕਰ ਸਕਦੇ ਹਾਂ, ਸਬਟ੍ਰੈਕਸ਼ਨ ਕਰ ਸਕਦੇ ਹਾਂ, ਮਲਟੀਪਲੀਕੇਸ਼ਨ ਕਰ ਸਕਦੇ ਹਾਂ ਔਰ ਕਿਵੇਂ ਇਕੁਏਸ਼ਨਸ ਨੂੰ ਆਪਾਂ ਸੋਲਵ ਕਰ ਸਕਦੇ ਹਾਂ। ਅੱਜ ਆਪਾਂ ਅੱਗੇ ਚੱਲਦੇ ਹਾਂ, ਕੁਝ ਹੋਰ ਪ੍ਰੋਬਲਮਸ ਆਪਾਂ ਡਿਸਕਸ ਕਰਦੇ ਹਾਂ ਔਰ ਜਿਹੜੀ ਐਕਸਰਸਾਈਜ਼ 3.3 ਹੈ ਜਿਹਦੇ ਵਿੱਚ ਕਿ ਟਰਾਂਸਪੋਜ਼ ਹੈਗਾ ਔਰ ਟਰਾਂਸਪੋਜ਼ ਤੋਂ ਰਿਲੇਟਡ ਆਪਾਂ ਕੁਝ ਪ੍ਰੋਬਲਮ ਡਿਸਕਸ ਕਰਦੇ ਹਾਂ। ਲੈਕਚਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਮੈਂ ਤੁਹਾਨੂੰ ਅਕਸਰ ਯਾਦ ਕਰਾਨਾ ਕਿ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਹੈ, ਸ਼ੇਅਰ ਕਰਨਾ ਹੈ ਔਰ ਸਬਸਕ੍ਰਾਈਬ ਵੀ ਕਰਨਾ ਹੈ। ਬੈਲ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਮੇਰੇ ਨਵੇਂ ਲੈਕਚਰਸ ਦੀ ਮੇਰੇ ਨਵੇਂ ਜਿਹੜੇ ਵੀ ਮੈਂ ਤੁਹਾਨੂੰ ਚੈਪਟਰਸ ਕਰਾ ਰਿਹਾ ਉਹਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੇ ਰਹਿਣ ਔਰ ਤੁਹਾਡਾ ਕੋਈ ਵੀ ਲੈਕਚਰ ਕੋਈ ਵੀ ਚੈਪਟਰ ਜਿਹੜਾ ਹੈ ਉਹ ਮਿਸ ਨਾ ਹੋਵੇ। ਤਾਂ 3.3 ਐਕਸਰਸਾਈਜ਼ ਦੇ ਵਿੱਚ ਆਪਾਂ ਟੌਪਿਕਸ ਕਵਰ ਅਪ ਕਰਾਂਗੇ ਟਰਾਂਸਪੋਜ਼ ਆਫ ਅ ਮੈਟ੍ਰਿਕਸ, ਸਿਮੈਟ੍ਰਿਕ ਐਂਡ ਸਕਿਊ ਸਿਮੈਟ੍ਰਿਕ ਮੈਟ੍ਰਿਸਿਸ ਤੋਂ ਉਹਨਾਂ ਤੋਂ ਰਿਲੇਟਡ ਜਿਹੜੀਆਂ ਪ੍ਰੋਬਲਮਸ ਨੇ, ਜਿਹੜੇ ਕੁਐਸਚਨਸ ਨੇ ਉਹ ਆਪਾਂ ਅੱਜ ਡਿਸਕਸ ਕਰਦੇ ਹਾਂ। Let's begin with the problems of exercise 3.3 okay। तो मैं कुछ ਇੱਥੇ क्वेश्चंस लिखे ने ਉਹਨਾਂ ਦੇ ਆਪਾਂ ਸੋਲੂਸ਼ਨ ਇੱਥੇ ਦਿੰਨੇ ਆਪਾਂ। फर्स्ट क्वेश्चन है in exercise of the 3.3 NCERT book। फर्स्ट क्वेश्चन है, फर्स्ट पार्ट है, he is asking you to find out the transpose of these matrices। ਤਾਂ ਟਰਾਂਸਪੋਜ਼ ਦੀ ਜਦੋਂ ਆਪਾਂ ਟੌਪਿਕ ਕੀਤਾ ਸੀਗਾ ਉਹਦੇ ਵਿੱਚ ਉਹਦੀ ਡੈਫੀਨੇਸ਼ਨ ਕੀ ਸੀਗੀ? ट्रांसपोज का मतलब होता है रोज और कॉलम्स को इंटरचेंज कर देना, यानी कि किसी मैट्रिक्स के विच अगर रो है तो नैक्सट ट्रांसपोज दे विच ओदी कॉलम बन जाएगी और अगर कॉलम है तो वो ओदी रो बन जाएगी। तो इत्थे आपां नूं एक कॉलम मैट्रिक्स दित्ती है जिहदे विच 3 रोज ते एक कॉलम ने, इत्थे 2 रोज 2 कॉलम ओके। तो इस मैट्रिक्स का अगर आपां ट्रांसपोज करते हैं तो आपां ओनूं डिनोट किवें करदे आ? पहले तां डैश पा देने हैं, ठीक है। नाउ आ कॉलम मैट्रिक्स है, द ट्रांसपोज होने तो बाद दिस विल बिकम लाइक दिस, ठीक। कॉलम रो बन गई या ऐ समझो कि रो जी है वो कॉलम बन गई। आ रो फर्स्ट है, आ गई, आ सेकंड रो है तो आ कॉलम सेकंड बन गई, आ थर्ड रो है थर्ड कॉलम बन गई। या जी कॉलम सी उन्होंने रो बना दो, दैट इज द ट्रांसपोज। सिमिलरली हियर विद द सेकंड मैट्रिक्स कि जी यदि रो है वो ਹੁਣ ट्रांसपोज होने तो बाद की बन जाएगी 1 - 1 2 3 और आप ट्रांसपोज ले रहे हैं तो क्या आ जाएगा 1 - 1, ठीक है। और जी सेकंड रो है और सेकंड कॉलम है, दिस इज द ट्रांसपोज। सेकंड क्वेश्चन विच कहंदा है वो कि दो मैट्रिसेस ਤੁਹਾਨੂੰ ਦਿੱਤੀਆਂ ਹੋਈਆਂ ਨੇ और ਤੁਸੀਂ ਪਹਿਲੇ ਇਹਦਾ ਐਡੀਸ਼ਨ ਕਰੋ और फिर ट्रांसपोज ਕੱਢੋ या रिजल्ट विल बी सेम when you are individually adding their transpose of these two individual matrices। मतलब पहले अलग अलग ਜਿਹੜਾ ਹੈ ਤੁਸੀਂ ਟਰਾਂਸਪੋਜ਼ ਕਰ ਲਓ ਫਿਰ ਐਡ ਕਰੋ ਤਾਂ ਰਿਜ਼ਲਟ ਸੇਮ ਆਏਗਾ। ਤਾਂ ਤੁਸੀਂ ਕਰਕੇ ਦੇਖ ਸਕਦੇ ਹੋ। ਇੱਥੇ ਆਪਾਂ ਜਿਹੜਾ ਹੈਗਾ ਪਹਿਲੇ a + b ਕਰ ਲੈਣੇ ਆ ਦੋਨੋਂ ਮੈਟ੍ਰਿਸਿਸ ਦਾ, ਐਡ ਕਰ ਲਓ ਇਹਨਾਂ ਨੂੰ, ਐਡੀਸ਼ਨ ਤਾਂ ਤੁਹਾਨੂੰ ਆ ਹੀ ਗਿਆ ਹੈ ਨਾ। ਤਾਂ ਮੈਂ ਡਾਇਰੈਕਟ ਕਰ ਰਿਹਾ ਹਾਂ ਇੱਥੇ -5 3 -2 6 9 9 -1 4 2। ਤਾਂ ਆਪਾਂ ਐਡੀਸ਼ਨ ਕਰ ਲਿਆ। ਹੁਣ ਇਹਦਾ ਟਰਾਂਸਪੋਜ਼ ਵੀ ਕਰ ਲੈਣੇ ਆ, ਇੱਥੇ ਹੀ ਕਰ ਲੈਣੇ ਆ। ਟਰਾਂਸਪੋਜ਼ ਦਾ ਮਤਲਬ ਕੀ ਹੋਏਗਾ ਕਿ ਰੋਜ਼ ਔਰ ਕਾਲਮ ਜਿਹੜੀਆਂ ਨੇ ਉਹ ਇੰਟਰਚੇਂਜ ਹੋ ਜਾਣਗੀਆਂ। ਤਾਂ ਫਸਟ ਰੋ ਹੈ that will become the first column, second row become the second column, -1 4 2, this is the transpose of a plus b matrix। ਹੁਣ ਅਲੱਗ-ਅਲੱਗ ਮੈਟ੍ਰਿਕਸ ਨੂੰ ਟਰਾਂਸਪੋਜ਼ ਕਰਕੇ ਜੋੜ ਦੋ। ਚਲੋ ਪਹਿਲੇ ਉਸ ਮੈਟ੍ਰਿਕਸ ਦਾ ਟਰਾਂਸਪੋਜ਼ ਕਰ ਦਿੰਦੇ ਆ -1 2 3 5 7 9 -2 1 1 plus adding the transpose of this matrix। ਤਾਂ ਇਹਦਾ ਵੀ ਟਰਾਂਸਪੋਜ਼ ਕਰ ਦਿੰਦੇ ਆ -1 4 -5 1 2 0 1 3 1। ਚਲੋ ਹੁਣ ਇਹਨਾਂ ਦੋਨਾਂ ਮੈਟ੍ਰਿਕਸ ਟਰਾਂਸਪੋਜ਼ ਕਰਤਾ ਅਲੱਗ-ਅਲੱਗ। ਹੁਣ ਇਹਨਾਂ ਦਾ ਐਡੀਸ਼ਨ ਕਰ ਦੋ। चलो एडिशन आप देखो आ ते आ कितना हो गया -5, बिल्कुल सेम आएगा राइट। 5 और 1 6 -2 and this -1 6 and 3 ओके आ रहा 2 और 1
3, 7 and 2 9, 1 and 3 4, 3 and minus 5 minus 2, 9 and 0 9, 1 and 1 2. ਤਾਂ a dash b dash is equal to a plus b dash, right? ਹੁਣ ਹੈ ਆਪਣੇ ਕੋਲ ਮਲਟੀਪਲੀਕੇਸ਼ਨ ਵਾਲਾ ਕੁਐਸਚਨ। ਮਲਟੀਪਲੀਕੇਸ਼ਨ ਦੇ ਕੁਐਸਚਨ ਵਿੱਚ ਕੀ ਕਹਿ ਰਿਹਾ ਹੈ ਕਿ ਪਹਿਲੇ ਤੁਸੀਂ ਦੋ ਮੈਟ੍ਰਿਸਿਸ ਨੂੰ ਆਪਸ ਵਿੱਚ ਮਲਟੀਪਲਾਈ ਕਰ ਦੋ, ਕਰਕੇ ਫਿਰ ਟਰਾਂਸਪੋਜ਼ ਕਰੋ। ਤਾਂ ਜਿਹੜਾ ਰਿਜ਼ਲਟ ਆਏਗਾ ਉਹ ਦੋਨੋਂ ਮੈਟ੍ਰਿਸਿਸ ਦਾ ਟਰਾਂਸਪੋਜ਼ ਕਰਕੇ ਪਹਿਲੇ ਸੈਕਿੰਡ ਮੈਟ੍ਰਿਕਸ ਫਿਰ ਫਸਟ ਮੈਟ੍ਰਿਕਸ ਨੂੰ ਮਲਟੀਪਲਾਈ ਕਰਕੇ ਦੇਖੋ ਕਿ ਉਹ ਰਿਜ਼ਲਟ ਸੇਮ ਆ ਰਿਹਾ ਹੈ ਕਿ ਨਹੀਂ ਆ ਰਿਹਾ। ਤਾਂ ਇਹ ਵੀ ਕਿੰਨਾ ਹੈ ਆਪਣੇ ਕੋਲ, ਮਲਟੀਪਲਾਈ ਕਰਦੇ ਆ ਆਪਾਂ, ਹਨਾ, ਰੋ ਨੂੰ ਕਾਲਮ ਨਾਲ ਮਲਟੀਪਲਾਈ ਕਰਦੇ ਆ। ਆ ਮੈਟ੍ਰਿਕਸ ਹੈ ਆਪਣੇ ਕੋਲ 3 क्रॉस 1, ठीक है, एक कॉलम है, आ एक कॉलम है, 3 रोज ने, एक रो है 3 कॉलम्स, ओके, 3 कॉलम्स हो गए। तो आ ਇਹਦੇ ਨਾਲ ਮੈਚ ਕਰ ਰਿਹਾ ਹੈ। ਆਪਣੇ ਕੋਲ ਜਿਹੜੀ ਮੈਟ੍ਰਿਕਸ ਆਏਗੀ ਉਹ 3 क्रॉस 3 ਆਏਗੀ, ਠੀਕ ਹੈ। ਤਾਂ 3 क्रॉस 3 ਮੈਟ੍ਰਿਕਸ ਤੁਸੀਂ ਕੱਢ ਲਓ ਇਹਦੀ। ਫਸਟ ਨੂੰ ਫਸਟ ਨਾਲ ਮਲਟੀਪਲਾਈ -1, ਫਿਰ ਇਹ ਹੋ ਗਿਆ 2, ਫਿਰ 1, ਫਿਰ -4 ਨੂੰ ਇਹਦੇ ਨਾਲ ਮਲਟੀਪਲਾਈ +4 -8 -4, right? फिर 10 null -10 6 and 3. So this is our AB matrix. ਹੁਣ ਇਹਦਾ ਟਰਾਂਸਪੋਜ਼ ਕੱਢ ਲਓ। AB matrix ਦਾ ਟਰਾਂਸਪੋਜ਼ ਤਾਂ ਆ ਜਾਏਗਾ -1 2 1 4 -8 -4 -6 3 6 3, right? ਹੁਣ ਅਲੱਗ-ਅਲੱਗ ਮੈਟ੍ਰਿਕਸ ਨੂੰ ਟਰਾਂਸਪੋਜ਼ ਕਰਕੇ ਤੁਸੀਂ ਮਲਟੀਪਲਾਈ ਕਰੋ ਤਾਂ B ਮੈਟ੍ਰਿਕਸ ਦਾ ਦੇਖੋ ਇੱਕ ਰੋ ਮੈਟ੍ਰਿਕਸ ਹੈ, ਟਰਾਂਸਪੋਜ਼ ਕਰਾਂਗੇ ਤਾਂ ਕਾਲਮ ਮੈਟ੍ਰਿਕਸ ਬਣ ਜਾਏਗੀ, और जेडी कॉलम मैट्रिक्स है ट्रांसपोज करके और रो मैट्रिक्स बन जाएगी। हुण फिर मल्टीप्लाई करते हैं, राइट? रो नु कॉलम नाल मल्टीप्लाई करांगे तो -1 into this -1, this into this 4, this into this -3, 2 नाल इधर मल्टीप्लाई करांगे 2 -8 6, फिर इनु इधर नाल 1 -4 3। देखो रिजल्ट आर सेम, ठीक है। थोड़ा जल्दी चल रहे हैं आप ताकि आप ਐਸ ਐਕਸਰਸਾਈਜ਼ ਦੇ ਮੈਕਸਿਮਮ ਕੁਐਸਚਨਸ ਜਿਹੜੇ ਨੇ ਉਹਨਾਂ ਨੂੰ ਆਪਾਂ ਇੱਥੇ ਸੋਲਵ ਕਰ ਲਈਏ, ਰਾਈਟ? ਹੁਣ ਹੈ 6th ਕੁਐਸਚਨ। 6th ਕੁਐਸਚਨ ਦੇ ਵਿੱਚ ਆਪਾਂ ਨੂੰ ਕੀ ਕਹਿ ਰਿਹਾ ਉਹ ਕਿ ਤੁਹਾਨੂੰ ਇੱਕ ਮੈਟ੍ਰਿਕਸ ਦਿੱਤੀ ਹੈ, ਉਹਦਾ ਟਰਾਂਸਪੋਜ਼ ਲਵੋ, ਦੋਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰੋ, ਟਰਾਂਸਪੋਜ਼ ਨੂੰ ਪ੍ਰੀਫੈਕਟਰ ਲਵੋ, ਪ੍ਰੀਫੈਕਟਰ ਇਨਟੂ ਪੋਸਟ ਫੈਕਟਰ ਦਾ ओरिजिनल ਮੈਟ੍ਰਿਕਸ ਮਲਟੀਪਲਾਈ ਕਰਕੇ ਤੁਸੀਂ ਜਿਹੜੀ ਮੈਟ੍ਰਿਕਸ ਲੈ ਕੇ ਆਣੀ ਹੈ that will be an identity matrix of the same order as the given matrix, okay? ਤਾਂ a ਡੈਸ਼ ਔਰ a ਨੂੰ ਆਪਸ ਵਿੱਚ ਮਲਟੀਪਲਾਈ ਕਰਦੇ ਆ। ਸਭ ਤੋਂ ਪਹਿਲਾਂ a ਡੈਸ਼ ਲਓ, ਇਹਦੀ ਜਿਹੜੀ ਰੋਜ਼ ਨੇ that will transform to the column cos alpha into sin alpha minus sin alpha into cos alpha, right? ਇਹਨੂੰ a ਮੈਟ੍ਰਿਕਸ ਦੇ ਨਾਲ ਮਲਟੀਪਲਾਈ ਕਰੋ, cos alpha sin alpha minus sin alpha into cos alpha। ਚਲੋ ਇਹ 2 क्रॉस 2 ਮੈਟ੍ਰਿਕਸ ਆਪਾਂ ਨੂੰ ਆ ਗਏ, ਇਹਨਾਂ ਦੀ ਮਲਟੀਪਲਾਈ ਕਰਦੇ ਆ। Multiply is very easy, row into column, this into this, cos square alpha plus this into this, sin square alpha, right? This will multiply with this, cos alpha sin alpha minus sin alpha cos alpha. Now second row with first column, sin alpha cos alpha minus cos alpha sin alpha, and second row with second column, sin square alpha plus cos square alpha. Now according to formula this will become 1 0, this will cancel out each other, 0 1, right? 1 0 0 1, the 2 क्रॉस 2 ऑर्डर दी एक आइडेंटिटी मैट्रिक्स आ गई, that is the right hand side of the 6th question which he is asking you to prove। एक क्वेश्चन में ਤੁਹਾਨੂੰ एग्जांपल ਲਈ ਹੈ, let's have some more examples। ਹੋਰ ਕੁਐਸਚਨਸ ਆਪਾਂ ਕਰਦੇ ਹਾਂ ਜਿਹਦੇ ਵਿੱਚ ਆਪਾਂ ਨੂੰ ਕਹਿ ਰਹੇ ਹੈ ਕਿ ਤੁਸੀਂ ਇਸ ਮੈਟ੍ਰਿਕਸ ਨੂੰ ਪ੍ਰੂਵ ਕਰਕੇ ਦਿਖਾਓ। ਇਹਦਾ ਫਰਸਟ ਪਾਰਟ ਜਿਹੜਾ ਹੈਗਾ, ਅਗਰ ਆਪਾਂ ਇਸ ਮੈਟ੍ਰਿਕਸ ਦੇ ਵਿੱਚ ਇਹਦਾ ਟਰਾਂਸਪੋਜ਼ ਜੋੜੀਏ ਤਾਂ ਇੱਕ ਸਿਮੈਟ੍ਰਿਕ ਮੈਟ੍ਰਿਕਸ ਆਏਗਾ, ਔਰ ਅਗਰ ਟਰਾਂਸਪੋਜ਼ ਮਾਈਨਸ ਕਰ ਦਈਏ ਤਾਂ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਆਏਗਾ। ਪਹਿਲੇ ਤਾਂ ਆਪਾਂ ਨੂੰ ਯਾਦ ਕਰਨਾ ਪਏਗਾ ਕਿ ਸਿਮੈਟ੍ਰਿਕ ਮੈਟ੍ਰਿਕਸ ਕਿਹੜੀ ਹੁੰਦੀ ਹੈ ਤੇ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਕਿਹੜੀ ਹੁੰਦੀ ਹੈ, ਠੀਕ ਹੈ। ਤੇ ਮੈਟ੍ਰਿਕਸ ਇਜ਼ ਸੈਡ ਟੂ ਬੀ ਸਿਮੈਟ੍ਰਿਕ if its transpose is comes out to be the original matrix, the given matrix। ਇਹਨੂੰ ਆਪਾਂ ਸਿਮੈਟ੍ਰਿਕ ਮੈਟ੍ਰਿਕਸ ਕਹਿ ਦਿੰਦੇ ਆ, ਠੀਕ ਹੈ। ਔਰ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਜਿਹੜੀ ਨੇ ਜੇ ਟਰਾਂਸਪੋਜ਼ ਜਿਹੜਾ ਹੈ
ਆਪਣੀ ਮੈਟ੍ਰਿਕਸ ਦੇ 네ਗੇਟਿਵ ਸਾਈਨ ਦੇ ਬਰਾਬਰ ਆ ਜਾਂਦਾ ਹੈ ਨਾ। ਉਹ ਤੁਸੀਂ ਮੇਰੇ ਜਿਹੜਾ ਉਹ ਲੈਕਚਰ ਹੈਗਾ ਪੁਰਾਣਾ ਮੈਟ੍ਰਿਕਸ ਦੇ ਵਿੱਚ, ਜਿਹਦੇ 'ਚ ਆਪਾਂ ਟਰਾਂਸਪੋਜ਼ ਦਾ ਟੌਪਿਕ ਕੀਤਾ ਸੀਗਾ ਔਰ ਸਕੂ ਸਿਮੈਟ੍ਰਿਕ ਔਰ ਸਿਮੈਟ੍ਰਿਕ ਦਾ ਟੌਪਿਕ ਕੀਤਾ ਸੀ, ਉਹਦੇ ਵਿੱਚ ਤੁਸੀਂ ਇਹ ਡੈਫੀਨੇਸ਼ਨ ਨੂੰ ਟੌਪਿਕ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਹੁਣ ਆਪਾਂ ਕੁਐਸਚਨਸ ਕਰ ਰਹੇ ਹਾਂ, ਤਾਂ ਇਹਦੇ ਵਿੱਚ ਉਹ ਵੈਰੀਫਾਈ ਕਰਨ ਨੂੰ ਕਹਿ ਰਹੇ ਹੈ ਕਿ ਤੁਸੀਂ ਇਸ ਮੈਟ੍ਰਿਕਸ ਦੇ ਵਿੱਚ ਅਗਰ ਇਹਦਾ ਟਰਾਂਸਪੋਜ਼ ਜੋੜੋ, ਚਲੋ मैट्रिक्स अपने को है 1 5 6 7 और ਇਹਦਾ ट्रांसपोज जोड़ो, ट्रांसपोज क्या आएगा 1 5 6 7, पहले जोड़ दो, फिर जोड़ के अपने को आएगा 2 6 5 11, ठीक है, और दिस इज 11 एंड दिस इज -14, ठीक है। ਹੁਣ ਆਪਾਂ ਇਹਦਾ ਟਰਾਂਸਪੋਜ਼ ਕਰਨ ਲੱਗੇ ਹਾਂ, ट्रांसपोज करो, ट्रांसपोज करांगे ਇਹਦਾ ट्रांसपोज अपने को आएगा 2 11, ठीक है, ट्रांसपोज करना है, और 11 -14 सेम आ गया, दिस इज इक्वल टू a plus a dash। मैट्रिक्स अब एक मैट्रिक्स है ना, a plus a dash ਨੂੰ ਆਪਾਂ ਸੋਲਵ ਕੀਤਾ ਤੇ ਇੱਕ ਮੈਟ੍ਰਿਕਸ ਹੀ ਆਈ, ਤੇ ਉਸ ਮੈਟ੍ਰਿਕਸ ਦਾ ਆਪਾਂ ਫਿਰ ਟਰਾਂਸਪੋਜ਼ ਲੈ ਲਿਆ, ए डैश किया है तो अपने को एक मैट्रिक्स ही आई है ना, तो आप उस मैट्रिक्स का फिर ट्रांसपोज कर लिया, ट्रांसपोज करके जो आप देखा तो फिर वही ओरिजिनल मैट्रिक्स अपने को आ गई। दैट मींस द ट्रांसपोज ऑफ a plus a dash is equal to a plus a dash, दैट मींस दिस मैट्रिक्स इज सिमेट्रिक। ਹੁਣ ਤੁਸੀਂ ਸੇਮ ਕਰ ਸਕਦੇ ਹੋ, ਜਿਵੇਂ ਆਪਾਂ ਇਹਦੇ ਐਡ ਕੀਤਾ ਸੀ ਨਾ, ਹੁਣ ਤੁਸੀਂ ਇਹਨਾਂ ਦੋਨਾਂ ਨੂੰ ਸਬਟ੍ਰੈਕਟ ਕਰ ਦਿਓ, ਸਬਟ੍ਰੈਕਟ ਕਰਕੇ ਫਿਰ ਦੁਬਾਰਾ ट्रांसपोज ਲਵੋਗੇ ਤਾਂ ਮੈਟ੍ਰਿक्स ਤਾਂ आ जाएगी, लेकिन एक माइनस साइन जरूर बाहर आ जाएगा, ठीक है, तो वो अपना सेकंड पार्ट हो जाएगा। हुन क्वेश्चन 10th देखो, क्वेश्चन 10th की कहता है, कहता एक मैट्रिक्स ਤੁਹਾਨੂੰ ਦਿੱਤੀ ਹੋਈ ਹੈ ਔਰ ਇਹਦੇ ਐਸ ਦੇ ਵੈਸੇ ਮੇਰੇ ਖਿਆਲ 3 ਕੇ 4 ਪਾਰਟ ਹੈਗੇ ਨੇ, ਐਂਡ ਆਈ ਐਮ ਗਿਵਿੰਗ ਯੂ ਓਨਲੀ 1 ਪਾਰਟ, ਔਰ ਬਾਕੀ ਅਗਰ ਤੁਸੀਂ ਇਹਨੂੰ ਸਮਝ ਜਾਂਦੇ ਹੋ ਤਾਂ ਬਾਕੀ ਪਾਰਟ ਵੀ ਜਿਹੜੇ ਹੈਗੇ ਨੇ that will also be same like this, okay। ਤਾਂ ਇਹ ਕਹਿੰਦਾ ਹੈ every matrix can be expressed as a sum of a symmetric and skew symmetric matrix। ਮੇਰੇ ਮੈਟ੍ਰਿਕਸ ਦੇ ਲੈਕਚਰ ਦੇ ਵਿੱਚ ਆਪਾਂ ਇਹਦੀ ਥਿਓਰਮ ਵੀ ਕੀਤੀ ਸੀਗੀ, ਪਰ ਮੈਂ ਤੁਹਾਨੂੰ ਥਿਓਰਮ ਦੇ ਵਿੱਚ ਵੀ ਪ੍ਰੂਵ ਕਰਕੇ ਦਿਖਾਇਆ ਸੀਗਾ ਕਿ ਕੋਈ ਵੀ ਮੈਟ੍ਰਿਕਸ ਜਿਹੜੀ ਹੈਗੀ ਹੈ ਉਹ ਸਮ ਆਫ ਅ ਸਿਮੈਟ੍ਰਿਕ ਐਂਡ ਸਕੂ ਸਿਮੈਟ੍ਰਿਕ ਮੈਟ੍ਰਿਕਸ ਦੇ ਫਾਰਮ ਦੇ ਵਿੱਚ ਲਿਖੀ ਜਾ ਸਕਦੀ ਹੈ। ਇਹਨੂੰ ਆਪਾਂ ਫਿਰ ਕਰਕੇ ਦਿਖਾਉਂਦੇ ਹਾਂ ਕਿ ਕਿਵੇਂ ਕਰ ਸਕਦੇ ਹਾਂ। ਤਾਂ ਇੱਕ ਮੈਟ੍ਰਿਕਸ ਨੂੰ ਆਪਾਂ ਕਿਵੇਂ ਲਿਖਦੇ ਹਾਂ, ਉਸ ਥਿਓਰਮ ਵਿੱਚ ਆਪਾਂ ਕਿਵੇਂ ਲਿਖਿਆ ਸੀਗਾ, ਦੇਖੋ ਇਹਨੂੰ ਆਪਾਂ ਇਹ ਲਿਖਦੇ ਹਾਂ ਹਾਫ a plus ਹਾਫ a, ਰਾਈਟ। ਹੁਣ ਇਹਦੇ ਵਿੱਚ ਆਪਾਂ ਇਹਦਾ ट्रांसपोज जोड़ता ते ट्रांसपोज घटाता, राइट। हुन पेयर बना लो, एदा एदा पेयर और एदा एदा पेयर, हाफ कॉमन इत्थे आ जाएगा a plus a dash, राइट, फिर हाफ कॉमन a minus a dash, राइट। आ अपने को एक मैट्रिक्स है P, आ अपने को दूसरी मैट्रिक्स है Q, वेयर आपा की मनने है P is equal to half of a plus a dash and Q is equal to half of a minus a dash, right। ਹੁਣ ਆਪਾਂ ਕੀ ਪ੍ਰੂਫ ਕਰਨਾ, ਦੇਖੋ ਮੈਂ ਪਹਿਲੀ ਐਗਜ਼ਾਮਪਲ ਵਿੱਚ ਤੁਸੀਂ ਅਗਰ ਧਿਆਨ ਨਾਲ ਦੇਖੋਗੇ ਤਾਂ a plus a dash ਮੈਟ੍ਰਿਕਸ ਦਾ ਆਪਣਾ ਟਰਾਂਸਪੋਜ਼ ਜੋੜ ਦਿੱਤਾ ਜਾਵੇ, ਫਿਰ ਉਹਨੂੰ ਉਹ ਕੀ ਆਉਂਦਾ ਹੈ ਸਿਮੈਟ੍ਰਿਕ, दैट मींस ਆ ਜਿਹੜਾ ਪਾਰਟ ਹੈ ਆ ਸਿਮੈਟ੍ਰਿਕ ਪਾਰਟ ਹੈ ਔਰ ਆ ਇੱਕ ਸਕੂ ਸਿਮੈਟ੍ਰਿਕ ਪਾਰਟ ਹੈ, ਤਾਂ ਉਹੀ ਆਪਾਂ ਨੂੰ ਕਹਿ ਰਹੇ ਆ कि एक मैट्रिक्स ਨੂੰ ਆਪਾਂ ਲਿਖ ਸਕਦੇ ਹਾਂ ਐਜ਼ ਅ ਸਮ ਆਫ ਅ ਸਿਮੈਟ੍ਰਿਕ ਐਂਡ ਸਕੂ ਸਿਮੈਟ੍ਰਿਕ ਮੈਟ੍ਰਿਕਸ ਦੇ ਜੋੜ ਦੇ ਵਿੱਚ ਉਹਨੂੰ ਲਿਖ ਸਕਦੇ ਹਾਂ। ਤਾਂ P ਮੈਟ੍ਰਿਕਸ ਜਿਹੜੀ ਆ ਉਹ ਸਿਮੈਟ੍ਰਿਕ ਹੈ ਔਰ Q ਮੈਟ੍ਰਿਕਸ ਜਿਹੜੀ ਆ ਉਹ ਸਕੂ ਸਿਮੈਟ੍ਰਿਕ ਹੈ। ਚੈੱਕ ਕਰਨ ਦੇ ਲਈ ਬਿਲਕੁਲ ਐਵੇਂ ਕਰੋਗੇ ਜਿਵੇਂ ਆ ਕੀਤਾ ਹੋਇਆ ਹੈ, ਤਾਂ ਆਪਣੀ ਜਿਹੜੀ ਆ ਗਿਵਨ ਮੈਟ੍ਰਿਕਸ ਹੈ, ਜਿਵੇਂ ਪਹਿਲੇ ਆ ਸੀ ਹੁਣ ਆ ਹੈ, ਤੇ ਇਹਦੇ ਵਿੱਚ ਇਹਦਾ ਟਰਾਂਸਪੋਜ਼ ਜੋੜ ਦੋ, ਰਾਈਟ, ਇੱਥੇ ਜੋੜਦੇ ਹਾਂ ਤਾਂ a plus a dash आ गया अपने को 3 5 1 -1 और ਇਹਦਾ ट्रांसपोज अपने को आ जाएगा 3 5 1 -1, आ रो कॉलम बन गया, राइट। ਹੁਣ ਇਹਨੂੰ ਜੋੜਦੇ ਹਾਂ, ਜੋੜ ਕੇ ਆਪਣੇ ਕੋਲ ਕੀ ਆ ਜਾਏਗਾ 3 6 5 6 6 ਐਂਡ -2, ਰਾਈਟ। ਹੁਣ ਇਹਦਾ ट्रांसपोज ਕਰ ਲਓ, ਦਿਸ ਇਜ਼ ਇਕੁਅਲ ਟੂ, ਇਹਦਾ ਹਾਫ ਵੀ ਲੈ ਸਕਦੇ ਹੋ, ਕੋਈ ਐਸੀ ਗੱਲ ਨਹੀਂ ਹੈ, ਇੱਧਰ ਵੀ ਹਾਫ ਲੈ ਲਓ, इधर भी हाफ ले लो, दोनों पासे आ की बन गया P, राइट। हुन P का ट्रांसपोज करो, P का ट्रांसपोज हाफ तो ओवें रह जाएगा, तो ट्रांसपोज का मतलब है एज इट इज, आ जी रो है वो कॉलम बन गई,
ਆ ਸੈਕੰਡ ਕਾਲਮ ਆ ਗਈ, ਦੇਖੋ ਬਿਲਕੁਲ ਸੇਮ ਆ ਗਿਆ। ਤਾਂ p ਡੈਸ਼ ਇਜ਼ ਇਕੁਅਲ ਟੂ p। ਸਿਮਿਲਰਲੀ ਇੱਥੇ ਆਪਾਂ ਕੀ ਪ੍ਰੂਫ ਕੀਤਾ ਹੁਣ ਕਿ p ਡੈਸ਼ p ਦੇ ਬਰਾਬਰ ਆ ਗਿਆ। p ਇਜ਼ ਵਾਟ, p ਇਜ਼ ਦਿਸ, ਐਂਡ q ਡੈਸ਼ ਅਗਰ ਆਪਾਂ ਕਰਾਂਗੇ ਤਾਂ -q ਦੇ ਬਰਾਬਰ ਆ ਗਿਆ। this means this matrix is symmetric matrix and this is a skew symmetric matrix. The every matrix can be written as the sum of a symmetric and skew symmetric matrix. ਇਹ ਤਾਂ 3.3 ਦੇ ਕੁਝ ਮੈਂ ਪ੍ਰੋਬਲਮਸ ਸਾਡੇ ਕੋਲ ਲਈਆਂ ਨੇ, ਤੁਸੀਂ ਹੋਰ ਇਹਦੇ ਨਾਲ ਦੇ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਹੋਰ ਟਰਾਈ ਕਰੋ, ਕੋਈ ਅਜੀ ਗੱਲ ਨਹੀਂ ਹੈ। ਜਿਹੜੇ ਇਹਦੇ ਆਬਜੈਕਟਿਵ ਟਾਈਪ ਕੁਐਸਚਨਸ ਨੇ ਉਹ ਆਪਾਂ ਪੂਰੇ ਚੈਪਟਰ ਦੇ ਵਿੱਚ ਸਾਰੀ ਐਕਸਰਸਾਈਜ਼ ਦਾ ਜਿਹੜਾ ਹੈ ਨਾ ਉਹਦਾ ਆਪਾਂ ਆਬਜੈਕਟਿਵ ਦਾ ਇੱਕ ਅਲੱਗ ਲੈਕਚਰ ਬਣਾਵਾਂਗੇ ਉਹਦਾ, ਠੀਕ ਹੈ। ਉਹ ਮੈਂ ਤੁਹਾਨੂੰ ਆਪਣੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਉਹ ਭੇਜਾਂਗਾ ਮੈਂ, ਤੇ ਜਿਹਦੇ ਵਿੱਚ ਆਪਾਂ ਆਬਜੈਕਟਿਵ ਟਾਈਪ ਔਰ ਬਹੁਤ ਜ਼ਿਆਦਾ ਇਹਦੇ ਵਿੱਚ ਈਜ਼ੀ ਹੈ ਹੁਣ ਤਾਂ ਮਾਰਕਸ ਕਰਨਾ, ਕਿਉਂਕਿ 30-32 ਨੰਬਰ ਦੇ ਤਾਂ ਆਬਜੈਕਟਿਵ ਟਾਈਪ ਕੁਐਸਚਨਸ ਹੀ ਆ ਜਾਂਦੇ ਨੇ, ਹੈ ਨਾ। ਤਾਂ ਉਹ ਬਹੁਤ ਈਜ਼ੀ ਹੋ ਜਾਂਦਾ ਆਪਣੇ ਲਈ ਕੁਐਸਚਨਸ ਨੂੰ ਕਰਨਾ, ਤਾਂ ਉਹਦਾ ਆਪਾਂ ਆਬਜੈਕਟਿਵਿਟੀ ਦਾ ਅਲੱਗ ਬਣਾਵਾਂਗੇ, ਠੀਕ ਹੈ। ਹੁਣ ਅਗਰ 3.3 ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਗਿਵ ਮੀ ਅ ਕਾਲ, ਗਿਵ ਮੀ ਅ WhatsApp ਕਾਲ, ਔਰ ਮੇਰੇ ਈਮੇਲ ਆਈਡੀ ਦੇ ਉੱਪਰ ਵੀ ਤੁਸੀਂ ਪਾ ਸਕਦੇ ਹੋ, ਔਰ ਤੁਸੀਂ ਡਾਇਰੈਕਟ ਮੇਰੇ ਕੋਲ ਇਹਦਾ ਜਿਹੜਾ ਹੈਗਾ ਕਲਾਸਿਸ ਵੀ ਲੈ ਸਕਦੇ ਹੋ, ਠੀਕ ਹੈ। ਨੈਕਸਟ ਟੌਪਿਕ ਦੇ ਵਿੱਚ ਆਪਾਂ ਨੈਕਸਟ ਟਾਈਮ ਆਪਾਂ ਕਰਾਂਗੇ ਇਹਦੇ ਜਿਹੜੇ ਮਿਸਲੇਨੀਅਸ ਸਾਰੇ ਪੂਰੇ ਚੈਪਟਰ ਦੇ ਜਿਹੜੇ ਮਿਸਲੇਨੀਅਸ ਐਗਜ਼ਾਮਪਲਸ ਨੇ ਉਹ ਆਪਾਂ ਕਰਾਂਗੇ, ਠੀਕ ਹੈ। ਸੀ ਯੂ।